ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇਸ YouTube ਚੈਨਲ ਤੇ ਅੱਜ ਆਪਾਂ ਕੈਮੀਕਲ ਬੌਂਡਿੰਗ ਚੈਪਟਰ ਦੇ ਵਿੱਚ ਟੌਪਿਕ ਕਰਨਾ ਹੈਗਾ ਫਾਜ਼ਾਨਸ ਰੂਲ। ਇਹ ਟੌਪਿਕ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚ ਆਬਜੈਕਟਿਵ ਕੁਐਸਚਨ ਬਹੁਤ ਹੀ ਬਣਦੇ ਹੈਗੇ। ਤਾਂ ਅੱਜ ਆਪਾਂ ਇਹ ਟੌਪਿਕ ਡਿਸਕਸ ਕਰਦੇ ਹਾਂ। ਨਾਮ ਵੀ ਬਹੁਤ ਵਧੀਆ ਟੌਪਿਕ ਦਾ, ਫਾਜ਼ਾਨਸ ਰੂਲ। ਫਾਜ਼ਾਨਸ ਰੂਲ ਫਾਜ਼ਾਨਸ ਰੂਲ ਆਪਾਂ ਨੂੰ ਕੀ ਦੱਸਦਾ? ਪਹਿਲਾਂ ਆਪਾਂ डिस्कस किया सीगा आयनिक बॉन्ड किया सीगा, कोवेलेंट बॉन्ड किया सीगा। आयनिक बॉन्ड की कहते हैं कि कंप्लीट ट्रांसफर ऑफ द इलेक्ट्रॉन्स फ्रॉम द मेटल्स टू द नॉन मेटल्स। ਉਹਦੇ ਵਿੱਚ ਇਲੈਕਟ੍ਰੋਨ ਦਾ ਕੀ ਹੋ ਜਾਂਦਾ ਸੀ? ਟ੍ਰਾਂਸਫਰ ਹੁੰਦਾ ਸੀਗਾ। ਕੋਵੇਲੈਂਟ ਬੌਂਡ ਦੇ ਵਿੱਚ ਕੀ ਹੁੰਦੀ ਸੀਗੀ? ਮਿਊਚੁਅਲ ਸ਼ੇਅਰਿੰਗ ਆਫ ਦਾ ਇਲੈਕਟ੍ਰॉन्स ਕਿ ਦੋ ਐਟਮ ਹੈ, ਦੋਨੋਂ ਇੱਕ ਦੂਜੇ ਦੇ ਇਲੈਕਟ੍ਰॉन्स ਕੀ ਕਰਦੇ ਸੀਗੇ? ਸ਼ੇਅਰ ਕਰਦੇ ਸੀ। ਤਾਂ ਫਾਜ਼ਾਨਸ ਰੂਲ ਕੀ ਲੈ ਕੇ ਆਇਆ? ਇਹ ਕਹਿੰਦਾ ਵੀ ਕੋਈ ਵੀ ਬੌਂਡ ਜਿਹੜਾ ਹੈਗਾ ਪਿਓਰਲੀ ਆਇਨਿਕ ਨਹੀਂ ਹੁੰਦਾ, ਉਹਦੇ ਵਿੱਚ ਸਮਵਟ ਪਰਸੈਂਟੇਜ ਆਫ ਦਾ ਕੋਵੈਲੈਂਟ ਕਰੈਕਟਰ ਹੋਵੇਗਾ ਹੀ ਹੋਵੇਗਾ। ਉਸੇ ਤਰ੍ਹਾਂ ਕੋਵੈਲੈਂਟ ਬੌਂਡ ਦੇ ਵਿੱਚ ਕਿਹੜਾ ਕਰੈਕਟਰ ਹੋਏਗਾ? ਆਇਨਿਕ ਬੌਂਡ। ਤਾਂ ਫਾਜ਼ਾਨਸ ਰੂਲ ਆਪਾਂ ਨੂੰ ਕੀ ਦੱਸ ਰਿਹਾ ਹੈ? ਕੋਵੈਲੈਂਟ ਕਰੈਕਟਰ ਕਿਹਦੇ ਵਿੱਚ? ਇਨ ਆਇਨਿਕ ਬੌਂਡ। ਫਾਜ਼ਾਨਸ ਰੂਲ ਕੀ ਦੱਸ ਰਿਹਾ ਆਪਾਂ ਨੂੰ? ਕੋਵੈਲੈਂਟ ਕਰੈਕਟਰ ਇਨ ਦਾ ਆਇਨਿਕ ਬੌਂਡ। ਤਾਂ ਆਇਨਿਕ ਬੌਂਡ ਦੇ ਵਿੱਚ ਹੁੰਦਾ ਕੀ ਸੀ ਆਪਣੇ ਕੋਲੇ? ਕਟਾਇਨ। ਦੂਸਰੀ ਸਾਈਡ ਤੇ ਕੀ ਸੀਗਾ? ਅਨਾਇਨ। ਅਨਾਇਨ ਦਾ ਜਿਹੜਾ ਇਲੈਕਟ੍ਰੋਨ ਕਲਾਊਡ ਸੀ ਉਹ ਕੀ ਸੀਗਾ? ਸਿਮੈਟ੍ਰਿਕਲ ਸੀਗਾ। ਤਾਂ ਇਹਦੇ ਵਿੱਚ ਕੀ ਹੈ? ਜਦੋਂ ਕਟਾਇਨ ਅਨਾਇਨ ਵੱਲ ਜਾਏਗਾ ਤਾਂ ਇਲੈਕਟ੍ਰੋਨ ਕਲਾਊਡ ਆਫ ਦਾ ਅਨਾਇਨ will not remain the symmetrical। इस symmetrical नहीं रहेगा, कटायन ਨੂੰ देख के फिसल जाएगा। ਇਹਦੇ इलेक्ट्रॉन क्लाउड symmetrical नहीं रहेगा। ਕੀ ਹੋ ਜਾਏਗਾ ਉਹਦੇ ਵਿੱਚ? ਫਿਰ डिस्टॉर्शन। जिधर पॉजिटिव चार्ज है ਉਹਦੇ ਵੱਲ ਕੀ ਹੋ ਜਾਏਗਾ? नेगेटिव चार्ज ਕੀ ਆ ਜਾਏਗਾ? ਤੁਹਾਡਾ ਜ਼ਿਆਦਾ ਆ ਜਾਏਗਾ। ਤਾਂ ਮਤਲਬ ਕੀ ਹੋਏਗਾ? ਇੱਧਰ ਕਟਾਇਨ ਹੈ ਤਾਂ ਇੱਥੇ ਕੀ ਆ ਜਾਣਗੀਆਂ ਆਪਣੀਆਂ? डिस्टॉर्शन। ਇੱਧਰ नेगेटिव चार्ज ਜ਼ਿਆਦਾ ਆ ਜਾਏਗਾ, ਇੱਧਰ नेगेटिव चार्ज ਘਟ ਜਾਏਗਾ। ਜਦੋਂ ਇਹ ਚੀਜ਼ ਹੋਏਗੀ ਤਾਂ ਉਦੋਂ ਕੀ ਹੋਏਗਾ? ਇਹਦੇ ਵਿੱਚ ਆਪਾਂ ਨੂੰ ਲੱਗੇਗਾ ਕਿ ਮਿਊਚੁਅਲ ਸ਼ੇਅਰਿੰਗ ਆਫ ਇਲੈਕਟ੍ਰॉन्स ਹੋ ਰਹੀ ਹੈ। ਇਲੈਕਟ੍ਰੋਨ ਇੱਕ ਦੂਜੇ ਦੇ ਕੀ ਕਰ ਰਹੇ ਹੈ? ਸ਼ੇਅਰ ਕਰ ਰਹੇ ਹੈ। ਜਦੋਂ ਇਹ ਲੱਗੇਗਾ ਕਿ ਇਲੈਕਟ੍ਰੋਨ ਦੀ ਸ਼ੇਅਰਿੰਗ ਹੋਈ ਹੈ ਤਾਂ ਉੱਥੇ ਕਿਹੜਾ ਕਰੈਕਟਰ ਆ ਜਾਏਗਾ? ਕੋਵੈਲੈਂਟ ਕਰੈਕਟਰ। ਕਿਹਦੇ ਵਿੱਚ ਆਏਗਾ? ਇਨ ਆਇਨਿਕ ਬੌਂਡ। this phenomena is called the ਇਸ phenomena ਨੂੰ ਕੀ ਕਹਿੰਦੇ ਆ ਆਪਾਂ? पोलराइजेशन। पोलराइजेशन जिन्नी पोलराइजेशन ज्यादा होएगी उन्ना कोवेलेंट करैक्टर भी की होएगा? ज्यादा होएगा। पोलराइजेशन टॉपिक दे विच आपां जस्ट दो चीजें ही डिस्कस कीतियां। एक की है अपने कोल कटायन है, दूसरा की है अनायन। तां पोलराइजेशन दे विच आपां दो टर्म्स होर डिस्कस करदे हैं। कटायन दी की डिस्कस करदे हैं आपां? पोलराइजिंग पावर। कटायन दी की डिस्कस करेंगे आपां? पोलराइजिंग पावर। की मतलब है ना? पावर ऑफ द कटायन टू पोलराइज द अनायन। कि ਇਹਦੀ किन्नी पावर है कि ये अनायन दे इलेक्ट्रॉन क्लाउड ਨੂੰ डिस्टॉर्ट कर सके। पावर ऑफ द कटायन to distort the electron cloud, that is called the polarizing power of the cation। clear? ਤੇ anion ਦੇ ਕੇਸ ਦੇ ਵਿੱਚ ਆਪਾਂ ਕਿਹੜੀ ਟਰਮ ਲੈਣੇ ਆ? polarizability। polarizability। polarizability ਦਾ ਕੀ ਮਤਲਬ ਹੈ? tendency of the anion। ਇਹਦੀ ਕਿੰਨੀ tendency ਹੈ to get the polarized। ਜੇ ਇਹਦੀ टेंडेंसी की है ज्यादा, साइज मान लो ਇਹਦਾ ਕੀ ਹੈ बड़ा, तो ਉੱਥੇ ਜ਼ਿਆਦਾ ਚਾਂसेस ਹੋਣਗੇ ਇਹਦੇ डिस्टॉर्शन होने ਦੀ। ਤਾਂ ਇਹਦੀ पोलराइजेबिलिटी ਕੀ ਹੋ ਜਾਏਗੀ? ਜ਼ਿਆਦਾ ਅਨਾਇਨ ਦੀ। ਤਾਂ ਉਹਦੇ ਵਿੱਚ ਕੋਵੈਲੈਂਟ ਕਰੈਕਟਰ ਕੀ ਆ ਜਾਏਗਾ? ਜ਼ਿਆਦਾ ਆ ਜਾਏਗਾ। ਠੀਕ ਹੈ। ਤਾਂ ਹੁਣ ਆਪਾਂ ਡਿਸਕਸ ਕਰਦੇ ਹਾਂ पोलराइजेशन पावर of cation depends upon the following factor। ਕਿਹੜੇ फैक्टर्स से पोलराइजिंग पावर कटायन दी डिपेंड करती है? तो फर्स्ट फैक्टर की हैगा?
polarizing power is inversely proportional to the size of cation। की मतलब जे cation ਦਾ ਸਾਈਜ਼ ਸਮਾਲ ਹੈ ਤਾਂ ਉਹਦੀ ਪਾਵਰ ਪੋਲਰਾਈਜ਼ਿੰਗ ਪਾਵਰ ਅਨਾਇਨ ਨੂੰ ਪੋਲਰਾਈਜ਼ ਕਰਨ ਦੀ ਪਾਵਰ ਉਹਦੇ ਕੋਲ ਕੀ ਹੋਏਗੀ ਜ਼ਿਆਦਾ ਹੋਏਗੀ। ਅਗਰ ਪੋਲਰਾਈਜ਼ਿੰਗ ਪਾਵਰ ਜ਼ਿਆਦਾ ਕੋਵੈਲੈਂਟ ਕਰੈਕਟਰ ਉਹਦੇ ਵਿੱਚ ਕੀ ਆ ਜਾਏਗਾ ਜ਼ਿਆਦਾ ਆ ਜਾਏਗਾ। ਫੋਰ ਐਗਜ਼ਾਮਪਲ ਆਪਣੇ ਕੋਲ ਕੀ ਲਿਥੀਅਮ ਕਲੋਰਾਈਡ ਐਂਡ ਰੂਬੀਡੀਅਮ ਕਲੋਰਾਈਡ ਅਨਾਇਨ ਇਹਦੇ ਵਿੱਚ ਕੀ ਹੈ ਸੇਮ ਹੈ। ਕਮ ਟੂ ਦ ਕਟਾਇਨ ਕਟਾਇਨ ਇੱਥੇ ਕੀ ਆਪਣੇ ਕੋਲ ਲਿਥੀਅਮ ਹੈ ਇੱਥੇ ਕੀ ਹੈ ਰੂਬੀਡੀਅਮ ਕਿਹਦਾ ਸਾਈਜ਼ ਸਮਾਲ ਹੈ लिथियम ਦਾ ਇਹ ਦੋਨੋਂ ਹੀ ਕੀ ਹੈ ਗਰੁੱਪ 1 ਦੇ ਐਲੀਮੈਂਟ। ਲਿਥੀਅਮ ਦਾ ਸਾਈਜ਼ ਸਮਾਲ ਪੋਲਰਾਈਜੇਸ਼ਨ ਪਾਵਰ ਕੀ ਹੋ ਜਾਏਗੀ ਇਹਦੀ ਜ਼ਿਆਦਾ ਹੋ ਜਾਏਗੀ ਤਾਂ ਕੋਵੈਲੈਂਟ ਕਰੈਕਟਰ ਵੀ ਇਹਦੇ ਵਿੱਚ ਕੀ ਹੋ ਜਾਏਗਾ ਜ਼ਿਆਦਾ। ਤਾਂ ਲਿਥੀਅਮ ਕਲੋਰਾਈਡ ਹੈਵ ਅ more covalent character than the rubidium chloride। ਤਾਂ ਇੱਥੇ ਇਹ ਯਾਦ ਕਰਨ ਦੀ ਗੱਲ ਹੈ ਕਿ polarization power ਕੀ ਹੈਗੀ ਹੈ inversely proportional to the size of cation। second factor ਕੀ ਹੈਗਾ ਆਪਣੇ ਕੋਲੇ charge of the cation। ਹਜੇ ਆਪਾਂ cation ਦੇ ਫੈਕਟਰਸ ਡਿਸਕਸ ਕਰ ਰਹੇ ਹਾਂ। polarizing power is directly proportional to the charge of the cation। ਇਸ ਤਰ੍ਹਾਂ ਸ਼ੋ ਕਰ ਦੇਣੇ ਆਪਾਂ ਠੀਕ ਹੈ। ਕੀ मतलब जिन्ना ज्यादा cation ਤੇ ਚਾਰਜ ਹੋਏਗਾ ਉਨੀ ਜ਼ਿਆਦਾ ਉਹਦੀ ਪੋਲਰਾਈਜ਼ਿੰਗ ਪਾਵਰ ਜ਼ਿਆਦਾ ਹੋਏਗੀ ਉਨਾ ਹੀ ਉਹਦੇ ਵਿੱਚ ਕੋਵੈਲੈਂਟ ਕਰੈਕਟਰ ਜ਼ਿਆਦਾ ਹੋਏਗਾ। ਫॉर एग्जांपल ਆਪਾਂ ਲੈ ਲਈਏ ਸੋਡੀਅਮ ਕਲੋਰਾਈਡ ਐਂਡ ਮੈਗਨੀਸ਼ੀਅਮ ਕਲੋਰਾਈਡ। ਤਾਂ ਇੱਥੇ ਕਿੰਨਾ ਸੋਡੀਅਮ ਤੇ ਚਾਰਜ ਕਿੰਨਾ ਹੈ +1 ਮੈਗਨੀਸ਼ੀਅਮ ਤੇ ਕਿੰਨਾ ਚਾਰਜ ਹੈ +2। ਕਿਹੜੇ ਕਟਾਇਨ ਤੇ ਚਾਰਜ ਜ਼ਿਆਦਾ ਹੈ ਮੈਗਨੀਸ਼ੀਅਮ ਤੇ। ਤਾਂ ਮੈਗਨੀਸ਼ੀਅਮ ਦੀ ਚਾਰਜ ਜ਼ਿਆਦਾ ਹੋ ਗਿਆ ਪੋਲਰਾਈਜ਼ਿੰਗ ਪਾਵਰ ਕਿਹਦੀ ਜ਼ਿਆਦਾ ਹੋਗੀ ਮੈਗਨੀਸ਼ੀਅਮ ਦੀ। ਤਾਂ ਇਹਦੇ ਵਿੱਚ ਕੋਵੈਲੈਂਟ ਕਰੈਕਟਰ ਕੀ ਹੋਏਗਾ ਜ਼ਿਆਦਾ ਹੋਏਗਾ। ਜਾਂ ਆਪਾਂ ਦੂਜੀ ਟਰਮਸ ਦੇ ਵਿੱਚ ਕਹਿ ਦਿੰਦੇ ਆ which one is more ionic। ਤਾਂ ਆਇਨਿਕ ਕਿਹੜਾ ਜ਼ਿਆਦਾ ਹੋਏਗਾ ਸੋਡੀਅਮ ਕਲੋਰਾਈਡ। क्लियर केड़ा आयनिक ज्यादा होएगा ता सोडियम क्लोराइड ਤੁਹਾਡਾ ਕੀ ਹੋਏਗਾ आयनिक ਹੋਏਗਾ। क्यों क्योंकि मैग्नीशियम क्लोराइड ਦਾ ਚਾਰਜ ਜ਼ਿਆਦਾ ਹੈ ਇੱਥੇ ਪੋਲਰਾਈਜ਼ਿੰਗ ਪਾਵਰ ਕੀ ਹੋਗੀ ਜ਼ਿਆਦਾ ਕੋਵੈਲੈਂਟ ਕਰੈਕਟਰ ਇਹਦੇ ਵਿੱਚ ਕੀ ਹੋ ਗਿਆ ਮੋਰ ਹੋ ਗਿਆ ਤੇ ਆਇਨਿਕ ਕਰੈਕਟਰ ਕੀ ਹੋ ਗਿਆ ਇਹਦੇ ਵਿੱਚ ਲੈਸ ਹੋ ਗਿਆ। ਤਾਂ ਸੋਡੀਅਮ ਕਲੋਰਾਈਡ ਦੇ ਵਿੱਚ ਆਇਨਿਕ ਕਰੈਕਟਰ ਜ਼ਿਆਦਾ ਹੋ ਗਿਆ। ਕਲੀਅਰ। ਥਰਡ ਜਿਹੜਾ ਫੈਕਟਰ ਹੈ that is the pseudo noble gas configuration। थर्ड फैक्टर की है pseudo noble gas configuration। ਇਹਦੇ ਵਿੱਚ noble gas ਲਿਖਿਆ ਹੈ ਜਿਹੜੀਆਂ ਆਪਣੀਆਂ inert gases ਹੁੰਦੀਆਂ ਉਹਨਾਂ ਦੀ configuration ਕੀ ਹੁੰਦੀ ਹੈ NH2 NP6। ਤੇ ਇੱਥੇ ਆਪਾਂ ਕੀ ਲਿਖਿਆਗੇ pseudo means false। ਤਾਂ ਇੱਥੇ ਆਪਾਂ ਕਰ ਲੈਣੇ ਆ ਥਰਡ ਜਿਹੜਾ ਹੈਗਾ ਆਪਣਾ pseudo noble gas configuration NH2 NP6 ND10। ਇਹਨੂੰ ਸਮਝਣ ਲਈ ਆਪਾਂ ਕਿਹਦੀ ਐਗਜ਼ਾਮਪਲ ਲਈ ਕਾਪਰ ਦੀ। ਕਾਪਰ ਦਾ ਐਟੋਮਿਕ ਨੰਬਰ ਹੈਗਾ ਆਪਣੇ ਕੋਲੇ 29। ਇਹਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ 1s2 2s2 2p6 3s2 3p6 3d10 4s1। ਉਹ ਇਲੈਕਟ੍ਰੋਨਿਕ ਕਨਫਿਗਰੇਸ਼ਨ ਦੇ ਵਿੱਚ ਆਪਾਂ ਕੀਤਾ ਹੋਇਆ ਹੈ ਕਿ ਇਲੈਕਟ੍ਰੋਨ ਪਹਿਲਾਂ 3d ਚ ਨਹੀਂ ਜਾਏਗਾ ਕਿਹਦੇ ਵਿੱਚ ਜਾਏਗਾ 4s ਦੇ ਵਿੱਚ ਜਾਏਗਾ ਫਿਰ ਕਿਹਦੇ ਵਿੱਚ ਆਣਗੇ ਇਲੈਕਟ੍ਰੋਨਸ 3d ਦੇ ਵਿੱਚ ਆਣਗੇ। ਚਲੋ ਤਾਂ ਆਪਾਂ ਇਹਦੀ ਕਿਹਦੀ ਗੱਲ ਕਰ ਰਹੇ ਹਾਂ ਕਟਾਇਨ ਦੀ। ਕਟਾਇਨ ਆਪਾਂ ਕੀ ਲੈ ਲਈਏ ਕਾਪਰ +1 ਦੇ ਕੇਸ ਜਿਹੜੇ ਇਲੈਕਟ੍ਰੋਨ ਰਿਮੂਵ ਹੋਏਗਾ ਕਿਹਦੇ ਵਿੱਚ ਹੋਏਗਾ 4s ਦੇ ਵਿੱਚ। ਤੇ ਆਪਣੇ ਕੋਲੇ ਲਾਸਟ ਜਿਹੜੀ ਕਨਫਿਗਰੇਸ਼ਨ ਰਹਿ ਗਈ ਉਹ ਕੀ ਰਹਿ ਗਈ 3s2 3p6 3d10। This is the example of pseudo noble gas configuration। ਜਿਹਦੀ pseudo noble gas configuration ਹੋਏਗੀ ਉਹਦੀ polarizing power ਕੀ ਹੋਏਗੀ ਜ਼ਿਆਦਾ ਹੋਏਗੀ ਉਹਦੇ ਵਿੱਚ covalent character ਕੀ ਹੋਏਗਾ ਜ਼ਿਆਦਾ ਹੋਏਗਾ। For example copper chloride and sodium chloride। ਇਹਦੇ ਵਿੱਚੋਂ ਕੋਵੈਲੈਂਟ ਕਰੈਕਟਰ ਕਿਹਦਾ ਜ਼ਿਆਦਾ ਹੋਏਗਾ obvious ਹੈ ਕਿਹਦਾ ਜ਼ਿਆਦਾ ਹੋਏਗਾ
कॉपर क्लोराइड दा ड्यू टू स्यूडो नोबल गैस कॉन्फ़िगरेशन। ये तीन फैक्टर्स सी अपने को ਇਹਦੇ ਵਿੱਚ ਹੋਰ ਕੀ ਆ ਜਾਂਦਾ स्यूडो नोबल गैस कॉन्फ़िगरेशन ਦੇ ਵਿੱਚ कॉपर सिल्वर गोल्ड जिंक कैडमियम मरकरी। ਇਹਨੂੰ याद करने ਲਈ ਆਪਾਂ ਕਹਿੰਦੇ ਆ कॉपर आगे आया, कॉपर आगे आगे तो की आ गया सिल्वर, आया तो की आ गया गोल्ड। कॉपर सिल्वर गोल्ड जिंक कैडमियम मरकरी ਇਹ ਕੀ ਸ਼ੋ ਕਰਦੇ ਹੈਗੇ ਤੁਹਾਡੇ स्यूडो नोबल गैस कॉन्फ़िगरेशन। ਤਾਂ ਇਹਨਾਂ ਦੇ ਜਿਹੜੇ ਕੰਪਾਊਂਡਸ ਬਣਨਗੇ ਉਹਦੇ ਵਿੱਚ ਕੋਵੈਲੈਂਟ ਕਰੈਕਟਰ ਕੀ ਹੋਏਗਾ ਜ਼ਿਆਦਾ ਹੋਏਗਾ। ਇਹ ਤਾਂ ਸੀਗੀਆਂ ਕਟਾਇਨ ਦੀ ਗੱਲ। ਕਟਾਇਨ ਦੀ ਜਿਹੜੀ ਪੋਲਰਾਈਜ਼ਿੰਗ ਪਾਵਰ ਹੈ ਕਿਹੜੇ ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਹੈ। ਹੁਣ ਆਪਾਂ ਕਿਹਦੀ ਗੱਲ ਕਰਦੇ ਹਾਂ ਅਨਾਇਨ ਦੀ। ਅਨਾਇਨ ਦੀ ਕੀ ਗੱਲ ਕੀਤੀ ਸੀ ਆਪਾਂ ਪੋਲਰਾਈਜ਼ੇਬਿਲਿਟੀ। ਕੀ ਸੀ ਪੋਲਰਾਈਜ਼ੇਬਿਲਿਟੀ tendency of the anion, tendency of the anion to get the polarized। तो ओदी अगर पोलराइजेबिलिटी ज्यादा होएगी अनायन दी तो ओदे विच कोवैलेंट करैक्टर की आएगा ज्यादा। तो पोलराइजेबिलिटी दे विच आपां एक ही फैक्टर करदे हैगे आ। केड़ा फैक्टर करदे आ पोलराइजेबिलिटी किहदी होएगी अनायन दी ओ किहदे प्रोपोर्शनल होएगा साइज ऑफ द अनायन। जिन्ना वड्डा अनायन दा साइज होएगा ਉਹਦੇ ਵਿੱਚ ਉਨੇ ਹੀ ਚਾਂसेस ਹੋਣਗੇ डिस्टॉर्ट होणगे। ਤਾਂ ਜਿੰਨੀ ਜ਼ਿਆਦਾ डिस्टॉर्शन ਹੋਏਗੀ ਉਹਦੇ ਵਿੱਚ ਉਨਾ ਹੀ ਕੋਵੈਲੈਂਟ ਕਰੈਕਟਰ ਆਏਗਾ। फॉर एग्जांपल सोडियम क्लोराइड एंड सोडियम आयोडाइड। तो ਇਹਦੇ ਵਿੱਚ ਦੇਖੋ ਕਟਾਇਨ ਦੋਨਾਂ ਦੇ ਕੇਸ ਚ ਕੀ ਹੈ ਸੇਮ ਹੈ। ਇਹ ਦੋਨੋਂ ਕਿਹਦੇ ਹੈਗੇ ਕਿਹੜੇ ਗਰੁੱਪ ਦੇ ਹੈ 17 ਗਰੁੱਪ ਦੇ ਫਲੋਰੀਨ ਕਲੋਰੀਨ ਬ੍ਰੋਮੀਨ ਆਇਓਡੀਨ। ਤੇ ਕਿਹਦਾ ਸਾਈਜ਼ ਬੜਾ ਹੈ आयोडीन का। इत्थे ज्यादा चांसेस है ਇਹਦੇ पोलराइज्ड होने दे। तेरा कोवैलेंट करैक्टर की हो जाएगा मोर हो जाएगा सोडियम आयोडाइड का। ते सोडियम क्लोराइड का केड़ा करैक्टर ज्यादा होएगा आयनिक करैक्टर ज्यादा होएगा। क्लियर। ये सारा सीगा अपना फजांस रूल। फजांस रूल की दस रहे आपां नू कोवैलेंट करैक्टर इन द आयनिक बॉन्ड। हुण आपां कोवैलेंट कंपाउंड्स दे कुछ करैक्टरिस्टिक्स करते हैं फिर आपां इस टॉपिक दे ऑब्जेक्टिव्स करांगे ऑब्जेक्टिव क्वेश्चंस करांगे जिहड़े कि बहुत ही इंपॉर्टेंट है। ठीक है। तो इहदे विच की है करैक्टरिस्टिक्स ऑफ द कोवैलेंट कंपाउंड्स। आप देखिए कि जिहड़े आयनिक कंपाउंड है वो किहड़ी स्टेट दे विच एग्जिस्ट करदे आ वो सॉलिड दे विच ही एग्जिस्ट करते हैं। लेकिन जिहड़े कोवैलेंट कंपाउंड है सॉलिड लिक्विड एंड गैसेस तीना स्टेट दे विच आपां नूं मिल सकदे। देन सेकंड इज द कोवैलेंट कंपाउंड दा जिहड़ा मेल्टिंग पॉइंट ते बॉइलिंग पॉइंट हुंदा है वो की हुंदा है लो हुंदा है एज कंपैरिजन टू द आयनिक बॉन्ड। क्योंकि आयनिक बॉन्ड दे विच की है इलेक्ट्रोस्टैटिक फोर्सेस ऑफ अट्रैक्शन। कोवैलेंट कंपाउंड्स दा मेल्टिंग पॉइंट बॉइलिंग पॉइंट की है लो है। दैन सॉल्युबिलिटी। सॉल्युबिलिटी आप जनरली की गल करते हैं किहड़े सॉल्वेंट की गल करते हैं पोलर सॉल्वेंट। तो जिहड़े कोवैलेंट कंपाउंड्स है दे आर इनसॉल्युबल इन द पोलर सॉल्वेंट्स। तो पोलर सॉल्वेंट दे विच अगर कोवैलेंट कंपाउंड नहीं सॉल्युबल हैगे तो किहड़े सॉल्युबल है आयनिक कंपाउंड्स। तो इन्हां दी सॉल्युबिलिटी की हुंदी है लो हुंदी है। या आप कह सकते हैं कि कोवैलेंट कंपाउंड्स आर सॉल्युबल इन द नॉन पोलर सॉल्वेंट। फॉर एग्जांपल बेंजीन टोलिन उन्हां दे विच सॉल्युबल हैगे। नेक्स्ट इज द कलर इंपार्टिंग नेचर। ये बहुत इंपॉर्टेंट है कलर इंपार्टिंग नेचर। जेडे कंपाउंड्स कोवैलेंट होंगे वो कंपाउंड की करेंगे डार्क कलर प्रोवाइड करेंगे डार्क कलर प्रोवाइड करेंगे। ठीक है। तो हुण आपां क्वेश्चन करते हैं। क्वेश्चन की है
from copper chloride and sodium chloride, which one have a higher boiling point? किदा boiling point ज्यादा होवेगा? तो आप डिस्कस कर लेने एक ही है स्यूडो नोबल गैस कन्फिगरेशन। स्यूडो नोबल गैस कन्फिगरेशन तेरे विच केड़ा करैक्टर मोर है? कोवेलेंट करैक्टर मोर है। तो जो कोवेलेंट करैक्टर ज्यादा है तो उन्होंने मेल्टिंग बॉइलिंग पॉइंट की हुंदी है? लो हुंदी है। तो एदा मेल्टिंग बॉइलिंग पॉइंट की होएगा? घट होएगा। तो किदा ज्यादा होएगा फिर? सोडियम क्लोराइड का। नेक्स्ट क्वेश्चन फ्रॉम FeOH thrice and FeOH twice, which one is more soluble? केड़ा more soluble है? केड़ा soluble ज्यादा है? तो इत्थे गल आपां polar solvent दी करदे हैं। तो इत्थे आयरन ते चार्ज कितना आएगा? +3। इत्थे कितना आएगा? +2। कटाइन दा चार्ज किदे ते ज्यादा है? आयरन +3 है, कटाइन ते चार्ज की हो गया? ज्यादा। यदि पोलराइजिंग पावर की होगी? ज्यादा। कोवेलेंट करैक्टर की हो गया? मोर हो गया। तो यदि सॉल्युबिलिटी की होगी? लेस होगी। तो यह मतलब केड़ा ज्यादा सॉल्युबल है? FeOH twice is more soluble than this. नेक्स्ट इज द क्वेश्चन है तुहाडा सिल्वर क्लोराइड एंड सिल्वर आयोडाइड, किदा कलर डार्क होएगा? ਇਹਦੇ ਵਿੱਚ डार्क कलर। ਤੇ देखो कटाइन दोनों के केस च की है? सेम है। फर्क किदा है? अनाइन दा। केड़े अनाइन दा साइज बड़ा है? आयोडीन। तो ਇਹਦੀ पोलराइजेबिलिटी की होगी? ज्यादा होगी। पोलराइजेबिलिटी की होगी? ज्यादा होगी। जिहदे विच कोवेलेंट करैक्टर ਇਹਦਾ की हो गया? मोर हो गया। तो ਇਹਦਾ कलर की होएगा? डार्क होएगा एज कंपैरिजन टू सिल्वर क्लोराइड। ठीक है। इस तरह के होर बहुत क्वेश्चन बनते हैं। एक तुहानू ट्रिक दस देनी है कि की हुंदा है आपां जदों सारा सिलेबस कर लैंदे हैं तो उदों कई बारी आपां नू क्वेश्चन पेपर दे विच जदों बैठदे एग्जाम दे विच बैठदे आपां तां आपां ये भुल जाने फाजान सारा टॉपिक याद हुंदा है ते ये भुल जाने भी उन्हें आयनिक करैक्टर इन कोवेलेंट कंपाउंड दस्सिया सी या कोवेलेंट करैक्टर इन आयनिक बॉन्ड दस्सिया सी। तो उस चीज नू याद करने लिए आपां एक टर्म बना लेने हैं FCI। एफ तो की है? फाजान्स रूल। की दस रहा हूं? कोवेलेंट करैक्टर। किहदे विच दस रहा है? आयनिक बॉन्ड। तो इत्थों आपां नू ईजिली याद रख सकते हैं एफ तो फाजान्स की दस रहा है? कोवेलेंट करैक्टर। किहदे विच दस रहा है? आयनिक कंपाउंड्स दे विच। ठीक है। तो इस तरह दी होर वीडियोस देखने लई तुसीं मेरे चैनल नू लाइक सबसक्राइब ते शेयर कर सकते हो। थैंक यू जी, सारिआं दा बहुत बहुत धन्नवाद।